ਸਾਡੇ ਨਾਲ ਅੱਜ ਸਬ ਇੰਸਪੈਕਟਰ ਗੁਰਵਿੰਦਰ ਸਿੰਘ ਜੀ ਨੇ। ਬੀਤੇ ਦਿਨ ਮੁੱਖ ਮੰਤਰੀ ਪੰਜਾਬ ਵੱਲੋਂ ਡੀਜੀਪੀ ਪੰਜਾਬ ਵੱਲੋਂ ਨਿਯੁਕਤੀ ਪੱਤਰ ਦਿੱਤੇ ਗਏ ਸੀ, ਜਿਹਦੇ ਵਿੱਚ ਸਬ ਇੰਸਪੈਕਟਰ ਗੁਰਵਿੰਦਰ ਸਿੰਘ ਜੀ ਵੀ ਨੇ। ਸਭ ਤੋਂ ਪਹਿਲਾਂ ਗੁਰਵਿੰਦਰ ਜੀ, ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ, ਤੁਸੀਂ ਸਬ ਇੰਸਪੈਕਟਰ ਦੀ ਪੋਸਟ ਵਾਸਤੇ ਚੁਣੇ ਗਏ ਨੇ। ਥੈਂਕ ਯੂ ਸਰ, ਬਹੁਤ ਬਹੁਤ। ਗੁਰਵਿੰਦਰ ਜੀ, ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਇਹ ਤੁਹਾਨੂੰ ਅਹਿਮ ਜ਼ਿੰਮੇਵਾਰੀ ਮੁੱਖ ਮੰਤਰੀ ਪੰਜਾਬ ਨੇ ਦਿੱਤੀ ਹੈ? ਸਭ ਤੋਂ ਪਹਿਲਾਂ ਤੁਹਾਡਾ ਰਿਐਕਸ਼ਨ ਕੀ ਹੈ? ਸਭ ਤੋਂ ਪਹਿਲਾਂ ਮੈਂ ਆਪਣੇ ਵੱਲੋਂ ਤੇ ਆਪਣੇ ਪਰਿਵਾਰ ਵੱਲੋਂ ਪੰਜਾਬ ਸਰਕਾਰ ਦਾ ਦਿਲੋਂ ਧੰਨਵਾਦ ਕਰਦਾ ਹਾਂ। ਪੰਜਾਬ ਸਰਕਾਰ ਨੇ ਨੌਜਵਾਨਾਂ ਨੂੰ ਆਪਣੇ ਸੁਪਨੇ ਪੂਰੇ ਕਰਨ ਦਾ ਇੱਕ ਮੌਕਾ ਦਿੱਤਾ ਹੈ ਤੇ ਮੈਂ ਪੰਜਾਬ ਸਰਕਾਰ ਦਾ ਦਿਲੋਂ ਧੰਨਵਾਦੀ ਹਾਂ। ਤੇ ਤੁਸੀਂ ਕਿਸ ਤਰ੍ਹਾਂ ਦੀ ਤੁਹਾਡੀ ਐਮਬੀਐਸ ਹੈ? ਕਿਸ ਤਰ੍ਹਾਂ ਤੁਸੀਂ ਕੋਈ ਰੋਡ ਮੈਪ ਤਿਆਰ ਕੀਤਾ ਹੋਣਾ ਕਿ ਪੰਜਾਬ ਪੁਲਿਸ ਨੇ ਤੁਹਾਨੂੰ ਇੱਕ ਰਿਸਪੌਂਸਿਬਿਲਿਟੀ ਦਿੱਤੀ ਹੈ, ਇੱਕ ਯੂਥ ਨੂੰ ਕਹਿ ਸਕਦੇ ਹਾਂ ਕਿ ਇੱਕ ਯੂਥ ਨੂੰ ਇੱਕ ਮੌਕਾ ਦਿੱਤਾ ਹੈ। ਹਾਂਜੀ ਸਰ, ਪੰਜਾਬ ਸਰਕਾਰ ਯੂਥ ਲਈ ਬਹੁਤ ਪ੍ਰੋਡਕਟਿਵਲੀ EMPLOYMENT ਲਈ ਕੰਮ ਕਰ ਰਹੀ ਹੈ ਤੇ ਪੰਜਾਬ ਸਰਕਾਰ ਦਾ ਇਹੀ ਉਪਰਾਲਾ ਹੈ ਕਿ ਪੰਜਾਬ ਦੇ ਵਿੱਚ ਰਹਿ ਕੇ ਗਵਰਨਮੈਂਟ ਜੋਬ ਦਿੱਤੀ ਜਾਏ ਸਾਰਿਆਂ ਨੂੰ, ਬਾਹਰ ਜਾਣ ਲਈ ਨਾ ਦੇਖਣਾ ਪਏ ਬਾਹਰ ਦਾ ਰਸਤਾ ਜੀ। ਬਿਲਕੁਲ। ਤੇ ਇਹ ਵੀ ਹਾਂਜੀ ਸਰ। ਵੇਖਿਆ ਗਿਆ ਹੈ ਗੁਰਿੰਦਰ ਕਿ ਮੋਸਟਲੀ ਜਿਹੜੇ ਨੌਜਵਾਨ ਨੇ ਉਹ ਬਾਹਰ ਦਾ ਰੁਖ ਕਰ ਰਹੇ ਨੇ, ਵਿਦੇਸ਼ ਜਾਣ ਦੀ ਚਾਹ ਬਹੁਤ ਹੈ। ਉਹ ਤੁਸੀਂ ਕਿਸ ਤਰ੍ਹਾਂ ਵੇਖ ਰਹੇ ਹੋ? ਹਾਲਾਂਕਿ ਪੰਜਾਬ ਸਰਕਾਰ ਜ਼ਰੂਰ ਇਹ ਕਹਿੰਦੀ ਹੈ ਕਿ ਹਰ ਕਿਸੇ ਨੂੰ ਜੌਬ ਮੈਰਿਟ ਤੇ ਪ੍ਰੋਟੋਕਾਲ ਦੇ ਹਿਸਾਬ ਨਾਲ ਦਿੱਤੀ ਜਾ ਰਹੀ ਹੈ। ਜਿਸ ਤਰ੍ਹਾਂ ਦੀ ਸਾਰੀ ਚੀਜ਼ਾਂ ਤੁਹਾਡੇ ਨਾਲ ਵੀ ਹੋਈ ਹੈ, ਪੂਰਾ ਪ੍ਰੋਟੋਕਾਲ ਦੇ ਹਿਸਾਬ ਨਾਲ ਤੁਹਾਨੂੰ ਜੌਬ ਦਿੱਤੀ ਗਈ ਹੈ। ਹਾਂਜੀ ਸਰ, ਪੰਜਾਬ ਸਰਕਾਰ ਨਿਰਪੱਖ ਤਰੀਕੇ ਨਾਲ ਹਰ ਭਰਤੀ ਨੂੰ ਕੰਪਲੀਟ ਕਰ ਰਹੀ ਆ ਤੇ ਯੂਥ ਨੂੰ ਮੈਂ ਤਾਂ ਆਹੀ ਸੰਦੇਸ਼ ਦਊਂਗਾ ਕਿ ਇੱਥੇ ਰਹਿ ਕੇ ਹੀ ਤਿਆਰੀ ਕਰਕੇ, ਮਿਹਨਤ ਕਰਕੇ ਗਵਰਨਮੈਂਟ ਜੌਬ ਪ੍ਰਾਪਤ ਕਰੋ। ਬਾਹਰ ਜਾ ਕੇ ਵੀ ਤੁਸੀਂ ਆਪਣੀ ਫੈਮਿਲੀ ਨਾਲ ਨਹੀਂ ਰਹਿ ਸਕਦੇ ਜੀ, ਇੱਥੇ ਰਹਿ ਕੇ ਪੰਜਾਬ 'ਚ ਤੁਸੀਂ ਜੁਆਇਨ ਕਰੋ ਜੀ। ਬਿਲਕੁਲ ਸਰ, ਕਿੱਥੇ ਦੇ ਰਹਿਣ ਵਾਲੇ ਹੋ ਗੁਰਿੰਦਰ ਜੀ ਤੁਸੀਂ? ਸਰ ਐਕਚੁਅਲੀ ਮੈਂ ਜਲੰਧਰ ਤੋਂ ਹੈਗਾ ਜੀ, ਹੁਣ ਰਿਹਾਇਸ਼ ਉੱਥੇ ਹੈ ਜੀ, ਬਟ ਮੇਰੇ ਡਾਕੂਮੈਂਟਸ ਵਗੈਰਾ ਉੱਥੋਂ ਦੇ ਨੇ, ਰਾਜਸਥਾਨ ਦੇ। ਰਾਜਸਥਾਨ ਦੇ ਨੇ? ਵੈਸੇ ਤੁਸੀਂ ਪੰਜਾਬ ਦੇ ਹੀ ਜਲੰਧਰ ਦੇ ਰਹਿਣ ਵਾਲੇ ਹੋ? ਮੈਂ ਆਲਰੇਡੀ 2-3 ਸਰਵਿਸ ਜੁਆਇਨ ਕਰ ਚੁੱਕਿਆ ਜੀ। ਮੈਂ ਸੀਪੀਓ 'ਚ SSC ਦੇ ਐਗਜ਼ਾਮ ਲੈਂਦੇ ਆ ਜੀ, 2018 'ਚ ਸਬ ਇੰਸਪੈਕਟਰ, 2019 'ਚ ਵੀ। ਅੱਛਾ। ਸਭ ਤੋਂ ਪਹਿਲਾਂ ਮੈਂ ਪੰਜਾਬ ਦਾ ਜੇਲ੍ਹ ਵਾਰਡਰ ਦਾ ਐਗਜ਼ਾਮ ਦਿੱਤਾ ਸੀ, ਜਿਹਦੇ 'ਚ ਸੈਕਿੰਡ ਰੈਂਕ ਆਈ ਸੀ ਜੀ। ਓਕੇ। ਫਿਰ ਹਾਂਜੀ, ਆਲ ਪੰਜਾਬ 'ਚ ਫਿਰ ਮੇਰੀ ਡਿਸਟ੍ਰਿਕਟ ਕੈਡਰ 'ਚ 17ਵੀਂ ਰੈਂਕ ਆ, ਸਬ ਇੰਸਪੈਕਟਰ 'ਚ। ਠੀਕ ਹੈ। ਉਸ ਤੋਂ ਪਹਿਲਾਂ ਜੀ ਮੈਂ ਹੌਲਦਾਰ ਜਿਹੜੇ ਹੁਣ ਐਗਜ਼ਾਮ ਹੋਏ ਸੀਗੇ, 7ਵੀਂ ਰੈਂਕ ਆਈ ਆਲ ਪੰਜਾਬ 'ਚ ਜੀ। ਹਾਂਜੀ ਸਰ। ਤੇ ਤੁਸੀਂ ਮਤਲਬ ਕਿ ਯਾਨੀ ਸੈਕਿੰਡ ਤੇ ਕਾਫੀ ਤੁਸੀਂ ਟੌਪਰ ਰਹੇ ਹੋ, ਕਹਿਣ ਦਾ ਮੀਨਸ ਹੈ। ਹਾਂਜੀ ਸਰ, ਆਪਣੀ ਮਿਹਨਤ ਦੇ ਸਦਕੇ ਜੀ। ਮਿਹਨਤ ਤੇ ਉਹਦੇ ਤੇ ਬਿਲਕੁਲ। ਤੇ ਪੰਜਾਬ ਸਰਕਾਰ ਲਗਾਤਾਰ ਜ਼ਰੂਰ ਕੱਲ ਜਿਹੜੀ ਨਿਯੁਕਤੀਆਂ ਹੋਈ ਹੈ ਮੈਰਿਟ ਦੇ ਹਿਸਾਬ ਨਾਲ, ਪ੍ਰੋਟੋਕਾਲ ਦੇ ਹਿਸਾਬ ਨਾਲ, ਤੁਹਾਨੂੰ ਜਿਹੜੀ ਰਿਸਪੌਂਸਿਬਿਲਿਟੀਜ਼ ਦਿੱਤੀ ਹੈ, ਹੁਣ ਕਿਸ ਤਰ੍ਹਾਂ ਤੁਸੀਂ ਰੋਡ ਮੈਪ ਤਿਆਰ ਕੀਤਾ ਹੈ? ਕਿਉਂਕਿ ਪੰਜਾਬ ਬਾਰਡਰ ਏਰੀਆ ਹੈਗਾ, ਬਹੁਤ ਵੱਡੇ ਚੈਲੰਜਸ ਨੇ ਪੰਜਾਬ ਪੁਲਿਸ ਨੂੰ, ਚਾਹੇ ਉਹ ਨਸ਼ਾ ਤਸਕਰੀ ਨੂੰ ਖਤਮ ਕਰਨਾ ਹੋਵੇ, ਚਾਹੇ ਉਹ ਗੈਂਗਸਟਰਸ ਦਾ ਖਾਤਮਾ ਕਰਨਾ ਹੋਵੇ, ਚਾਹੇ ਉਹ ਬਹੁਤ ਸਾਰੀ ਚੀਜ਼ਾਂ ਹੈ ਜਿਸ ਨੂੰ ਲੈ ਕੇ ਪੰਜਾਬ ਪੁਲਿਸ ਦੇ ਅਲੱਗ-ਅਲੱਗ ਵਿੰਗ, ਐਂਟੀ ਗੈਂਗਸਟਰ ਟਾਸਕ ਫੋਰਸ, STF, ਤੁਸੀਂ ਤਾਂ ਸਾਰੀ ਚੀਜ਼ਾਂ ਜਾਣਦੇ ਹੀ ਹੋ। ਤੁਸੀਂ ਕਿਸ ਤਰ੍ਹਾਂ ਇਸ ਨੂੰ ਜਿਹੜਾ ਤਿਆਰ ਕਰਕੇ ਕੰਮ ਕਰੋਗੇ? ਸਰ ਜਿੱਦਾਂ ਕਿ ਪੰਜਾਬ ਬਾਰਡਰ ਸਟੇਟ ਹੈਗੀ ਆ, ਮੈਨੂੰ ਵੀ ਮਾਣ ਮਹਿਸੂਸ ਹੋ ਰਿਹਾ ਕਿ ਮੈਨੂੰ ਡਿਸਟ੍ਰਿਕਟ ਕੈਡਰ ਫਾਜ਼ਿਲਕਾ ਮਿਲਿਆ, ਜੋ ਕਿ ਬਾਰਡਰ ਤੇ ਲਾਇ ਕਰਦਾ। ਤੇ ਮੈਂ ਪੰਜਾਬ ਸਰਕਾਰ, ਜਿੱਦਾਂ ਕਿ ਉਹਨਾਂ ਦੇ ਭਗਵੰਤ ਮਾਨ ਸਾਹਿਬ ਜੀ ਦੇ ਤੇ DGP ਸਾਹਿਬ ਵੱਲੋਂ ਕੱਲ ਹੌਸਲਾ ਅਫਜ਼ਾਈ ਕੀਤੀ ਗਈ ਹੈ ਸਾਡੀ, ਤੇ ਅਸੀਂ ਉਹਨਾਂ ਦੀ ਹਰ ਇੱਕ ਰਿਸਪੌਂਸਿਬਿਲਿਟੀ ਜੋ ਸਾਡੇ ਤੇ ਦਿੱਤੀ ਗਈ ਆ, ਉਹਦੇ ਤੇ ਖਰਾ ਉਤਰਾਂਗੇ ਤੇ ਨਸ਼ੇ ਨੂੰ ਲੈ ਕੇ, ਕ੍ਰਾਈਮ ਨੂੰ ਲੈ ਕੇ ਅਸੀਂ ਸਖਤੀ ਨਾਲ ਕੰਮ ਕਰਾਂਗੇ। ਤੇ ਪੰਜਾਬ ਸਰਕਾਰ ਲਈ ਬਹੁਤ ਬਹੁਤ ਧੰਨਵਾਦ ਜੀ। ਗੁਰਿੰਦਰ ਜੀ, ਇੱਕ ਸਵਾਲ ਹੋਰ ਹੈ ਕਿ ਕਈ ਓਪੋਜੀਸ਼ਨ ਪਾਰਟੀਆਂ ਵੱਲੋਂ ਵੀ ਇਹ ਜਿਹੜਾ ਹੈਗਾ ਇਹਦੇ 'ਚ ਦਿੱਤਾ ਗਿਆ ਸੀਗਾ ਕਿ ਬਾਹਰ ਦੇ ਲੋਕ ਲਾ ਕੇ ਤੁਸੀਂ ਨਿਯੁਕਤੀਆਂ ਪੱਤਰ ਦੇ ਰਹੇ ਹੋ। ਇਹਦੇ ਤੇ ਕਿਤੇ ਨਾ ਕਿਤੇ ਜਿਹੜਾ ਹੈਗਾ ਓਪੋਜੀਸ਼ਨ ਪਾਰਟੀਆਂ ਵੱਲੋਂ ਇਤਰਾਜ਼ ਜਤਾਇਆ ਗਿਆ ਸੀਗਾ। ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਕਿ ਬਾਹਰ ਦੇ, ਹਰਿਆਣਾ ਦੇ, ਰਾਜਸਥਾਨ ਦੇ ਜਿਹੜੇ ਕੈਂਡੀਡੇਟਸ ਨੇ ਉਹਨਾਂ ਨੂੰ ਤੁਸੀਂ ਲੈ ਕੇ ਆ ਰਹੇ ਹੋ? ਇਹ ਵੀ ਇੱਕ ਸਵਾਲ ਉੱਠਿਆ ਸੀ। ਇਹ ਸਰ, ਜਿੱਦਾਂ ਕਿ ਅਸੀਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਮੌਕਾ ਦਿੱਤਾ ਆ, ਅਦਰ ਸਟੇਟ ਨੂੰ ਵੀ ਪੰਜਾਬੀ ਦਾ ਪੇਪਰ ਲੈ ਕੇ, ਪੰਜਾਬੀ ਕੁਆਲੀਫਾਈ ਕਰਕੇ ਪੇਪਰ ਦਿੱਤਾ ਗਿਆ ਜੀ। ਤੇ ਇਹਦੇ 'ਚ ਵੀ ਜਿਹੜੇ ਅਦਰ ਸਟੇਟ ਵਾਲੇ ਕੈਂਡੀਡੇਟ ਵੀ ਹੈਗੇ ਆ, ਉਹਨਾਂ ਕੋਲ ਵੀ ਪੰਜਾਬੀ 'ਚ 10th 'ਚ ਹੁੰਦੀ ਹੈ ਜੀ। ਤੇ ਅਸੀਂ ਕੋਈ ਪੰਜਾਬ ਦੇ ਨੌਜਵਾਨਾਂ ਕੋਲ ਨੌਕਰੀਆਂ ਘਰੋਂ ਖੋ ਕੇ ਤਾਂ ਨਹੀਂ ਲੱਗਦੇ ਜੀ, ਪੇਪਰ ਕਰਕੇ, ਮਿਹਨਤ ਕਰਕੇ ਲੱਗਦੇ ਆ ਜੀ। ਬਿਲਕੁਲ, ਇਹ ਵੀ ਮੁੱਖ ਮੰਤਰੀ ਵੱਲੋਂ ਵੀ ਕਿਹਾ ਗਿਆ ਸੀਗਾ, ਕੱਲ ਉਹਨਾਂ ਨੇ ਵੀ ਬਿਆਨ ਦਿੱਤਾ ਸੀ ਕਿ ਪੰਜਾਬੀ ਜਿਹੜੀ ਹੈ ਉਹਨਾਂ ਨੇ ਕੁਆਲੀਫਾਈ ਕਰਕੇ ਪੂਰੇ ਪ੍ਰੋਟੋਕਾਲ ਦੇ ਹਿਸਾਬ ਨਾਲ ਹੀ ਸਾਰੀ ਚੀਜ਼ਾਂ ਕੀਤੀ ਗਈ। ਹਾਂਜੀ ਸਰ। ਤੇ ਤੁਸੀਂ ਉਸ
ਕਿਸ ਤਰ੍ਹਾਂ ਦੇਖਦੇ ਹੋ ਤਾਂ ਤੁਸੀਂ ਜਲੰਧਰ ਦੇ ਹੀ, ਤੁਸੀਂ ਕਹਿ ਰਹੇ ਹੋ ਕਿ ਮੈਂ ਉੱਥੋਂ ਦਾ ਜਲੰਧਰ। ਪਿਛੋਕੜ ਹੈ ਸਾਡਾ ਜੀ। ਬਿਲਕੁਲ। ਡਾਕੂਮੈਂਟਸ ਵਗੈਰਾ ਸਾਡੇ ਰਾਜਸਥਾਨ ਦੇ ਨੇ ਜੀ। ਅੱਛਾ, ਹਾਂਜੀ ਸਰ। ਤੇ ਤੁਸੀਂ ਪੰਜਾਬੀ ਸਾਰਾ ਕੁਆਲੀਫਾਈ ਕੀਤਾ ਹਾਂਜੀ ਹੋਇਆ। ਹਾਂਜੀ sir। ਮੇਰੀ ਅੱਧੀ ਸਟੱਡੀ ਪੰਜਾਬ 'ਚ ਹੋਈ ਹੈ ਜੀ, ਅੱਧੀ ਰਾਜਸਥਾਨ 'ਚ ਹੋਈ ਹੈ ਜੀ। ਅੱਛਾ, ਆਦੀ ਤੁਹਾਡੀ ਖੁਦ ਸਾਡਾ ਸਟੱਡੀ। ਇੱਥੋਂ ਦਾ ਹੀ ਹੈ, ਹਾਂਜੀ ਸਰ, ਜਲੰਧਰ ਦਾ ਹੀ ਹੈ। ਅੱਛਾ, ਸਾਰਾ ਤੁਹਾਡਾ ਵੈਸੇ ਜਿਹੜਾ ਜਲੰਧਰ ਦਾ ਹੀ ਹੈ ਮੇਨ। ਸਾਰੇ ਰਿਲੇਟਿਵ ਇੱਧਰ ਹੀ ਹੈਗੇ ਨੇ ਜੀ। ਅੱਛਾ, ਮੋਸਟਲੀ ਸਾਰੇ ਰਿਲੇਟਿਵਸ ਤੁਹਾਡੇ ਇੱਥੇ ਹੀ ਨੇ। ਓਕੇ ਓਕੇ। ਹਾਂਜੀ sir। ਤਾਂ ਤੁਸੀਂ ਹੁਣ ਕਿਸ ਤਰ੍ਹਾਂ ਰੋਡ ਮੈਪ ਤਿਆਰ ਕਰ ਰਹੇ ਹੋ ਕਿ ਪੰਜਾਬ ਪੁਲਿਸ ਐਜ਼ ਅ ਸਬ ਇੰਸਪੈਕਟਰ ਤੁਸੀਂ ਜੁਆਇਨ ਕਰੋਗੇ? ਤਾਂ ਤੁਸੀਂ ਕਿਸ ਤਰ੍ਹਾਂ ਇੱਕ ਪੂਰਾ ਰੋਡ ਮੈਪ ਤਿਆਰ ਹੁੰਦਾ ਹੈ? ਹਾਲਾਂਕਿ ਡਿਊਟੀ ਤਾਂ ਚਲੋ ਅਧਿਕਾਰੀਆਂ ਨੇ ਜਿੱਥੇ ਜੁਆਇਨਿੰਗ ਕਰਾਣੀ ਹੈ, ਲੇਕਿਨ ਤੁਹਾਡਾ ਕਿਸ ਤਰ੍ਹਾਂ ਦਾ ਹੈਗਾ? ਜਿੱਦਾਂ ਤੁਸੀਂ ਵੀ ਕਿਹਾ ਕਿ ਪੰਜਾਬ ਇੱਕ ਬਾਰਡਰ ਸਟੇਟ ਹੈ, ਬਹੁਤ ਸਾਰੇ ਹਾਂਜੀ ਚੈਲੰਜਸ ਨੇ ਪੰਜਾਬ ਦੀ, ਅਸੀਂ ਗੱਲ ਕਰ ਲਈਏ ਹਾਂਜੀ ਸਰ। ਪੰਜਾਬ ਪੁਲਿਸ ਵਾਸਤੇ। ਸਰ ਮੈਂ ਜਿੰਨਾ ਕੁ ਹੋ ਸਕਦਾ ਮੇਰੇ ਤੋਂ ਪੰਜਾਬ ਦੇ ਵਿੱਚ ਨਸ਼ਿਆਂ ਦੇ ਖਿਲਾਫ, ਕ੍ਰਾਈਮ ਦੇ ਖਿਲਾਫ ਬਹੁਤ ਸਟ੍ਰਿਕਟਲੀ ਕੰਮ ਕਰਨਾ, ਐਂਡ ਪੂਰੀ ਰਿਸਪੌਂਸਿਬਿਲਿਟੀ ਜੋ ਸਾਨੂੰ ਦਿੱਤੀ ਗਈ ਆ ਉਹਦੇ ਤੇ ਪੂਰਾ ਖਰਾ ਉਤਰਨਾ ਆ। ਮੈਂ ਦੇਖਦਾ ਹਾਂ ਕਿ ਜਿੰਨਾ ਯੂਥ ਨਸ਼ਿਆਂ ਵੱਲ, ਬਾਹਰ ਜਾਣ ਵੱਲ ਜ਼ਿਆਦਾ ਟੈਂਡੈਂਸੀ ਹੁੰਦੀ ਹੈ ਉਹਨਾਂ ਦੀ, ਬਿਲਕੁਲ। ਤੇ ਮੈਂ ਚਾਹੂੰਗਾ ਕਿ ਇੱਥੇ ਰਹਿ ਕੇ ਪੰਜਾਬ ਸਰਕਾਰ ਲਈ ਕੁਝ ਵੱਡਾ ਕਰਨ। ਪੰਜਾਬ ਸਰਕਾਰ ਜਿੱਦਾਂ ਕਿ ਕਹਿੰਦੀ ਹੈ ਵੀ ਪੰਜਾਬ ਨੂੰ ਨੰਬਰ 1 ਸੂਬਾ ਬਣਾਉਣਾ, ਤੇ ਉਹਦੇ 'ਚ ਅਸੀਂ ਅਹਿਮ ਯੋਗਦਾਨ ਪਾਵਾਂਗੇ ਜੀ। ਬਿਲਕੁਲ, ਤੁਹਾਡੇ ਹੋਰ ਵੀ ਜਿਹੜੇ ਸਾਥੀ ਨੇ ਉਹਨਾਂ ਨੇ ਵੀ ਕੋਈ ਜੁਆਇਨਿੰਗ ਹੋਈ ਹੈ, ਜਿਹੜੇ ਤੁਹਾਡੇ ਨਾਲ ਦੇ ਕੋਈ? ਹਾਂਜੀ ਸਰ। ਉਹ ਵੀ ਕਿੱਥੇ ਦੇ ਨੇ? ਉਹ ਪੰਜਾਬ ਦੇ ਨੇ? ਹਾਂਜੀ ਸਰ, ਜਿਨ੍ਹਾਂ ਨੂੰ ਫਾਜ਼ਿਲਕਾ ਡਿਸਟ੍ਰਿਕਟ ਮਿਲਿਆ ਜੀ, ਪੰਜਾਬ ਦੇ ਹੈਗੇ ਆ 4 ਜਣੇ ਅਸੀਂ। ਜੀ, ਉਹ ਵੀ ਤੁਹਾਡੇ ਹਾਂਜੀ ਸਰ। ਸਾਥ ਦੇ ਹੀ ਹੈ, ਨਾਲ ਦੇ ਹੀ ਹੈ ਤੁਹਾਡੇ? ਹਾਂਜੀ ਸਰ। ਅੱਛਾ, ਠੀਕ ਹੈ। ਤਾਂ ਬਹੁਤ ਬਹੁਤ ਧੰਨਵਾਦ, ਬੈਸਟ ਆਫ ਲੱਕ। ਸਾਡੇ ਨਾਲ ਗੁਰਵਿੰਦਰ ਜੀ ਜੁੜੇ, ਸਬ ਇੰਸਪੈਕਟਰ ਨਿਯੁਕਤੀ ਪੱਤਰ ਮਿਲਿਆ ਪੰਜਾਬ ਦੇ ਮੁੱਖ ਮੰਤਰੀ, ਪੰਜਾਬ ਦੇ ਡੀਜੀਪੀ ਵੱਲੋਂ, ਔਰ ਇੱਕ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ, ਕਿਉਂਕਿ ਪੰਜਾਬ 'ਚ ਕਿਸ ਤਰ੍ਹਾਂ ਬਾਰਡਰ ਸਟੇਟ ਦੇ ਨਾਲ ਨਾਲ ਕਈ ਚੀਜ਼ਾਂ ਨੂੰ ਲੈ ਕੇ ਬਹੁਤ ਵੱਡੇ ਚੈਲੰਜਸ ਨੇ ਪੰਜਾਬ ਦੇ ਵਿੱਚ, ਚਾਹੇ ਉਹ ਡਰੱਗ ਤਸਕਰੀ ਹੋਵੇ, ਨਸ਼ੇ ਦੀ ਗੱਲ ਹੋਵੇ, ਗੈਂਗਸਟਰਿਜ਼ਮ ਹੋਵੇ, ਬਹੁਤ ਸਾਰੀ ਚੀਜ਼ਾਂ ਹੈ ਜਿਸ ਨੂੰ ਲੈ ਕੇ ਲਗਾਤਾਰ ਪੰਜਾਬ ਪੁਲਿਸ ਕੰਮ ਕਰ ਰਹੀ ਹੈ, ਅਲੱਗ-ਅਲੱਗ ਵਿੰਗ ਕੰਮ ਕਰ ਰਹੇ ਹਨ। ਔਰ ਪੰਜਾਬ ਪੁਲਿਸ, ਪੰਜਾਬ ਮੁੱਖ ਮੰਤਰੀ ਵੱਲੋਂ ਇੱਕ ਵਧੀਆ ਇਨੀਸ਼ੀਏਟਿਵ ਕੀਤਾ ਗਿਆ ਤੇ ਨਾਲ ਦੇ ਨਾਲ ਜਿਹੜੇ ਕੈਂਡੀਡੇਟਸ ਨੇ, ਜਿਹੜੇ ਮੈਰਿਟ ਲਿਸਟ ਤੇ ਜਿਹੜੇ ਪ੍ਰੋਟੋਕਾਲ ਦੇ ਹਿਸਾਬ ਨਾਲ ਸਾਰੀ ਚੀਜ਼ਾਂ ਨੂੰ ਲੈ ਕੇ ਇਹਨਾਂ ਨੂੰ ਦਿੱਤਾ ਗਿਆ ਤੇ ਵੱਡੀ ਜ਼ਿੰਮੇਵਾਰੀ ਉਹ ਸੌਂਪੀ ਗਈ ਹੈ। ਬਹੁਤ ਬਹੁਤ ਧੰਨਵਾਦ ਗੁਰਿੰਦਰ ਜੀ ਤੁਹਾਡੇ ਨਾਲ ਗੱਲਬਾਤ ਕਰਨ ਦੀ। ਤੇ ਸਾਡੇ ਨਾਲ ਗੁਰਵਿੰਦਰ ਸਿੰਘ ਜੁੜੇ ਨੇ, ਉਹਨਾਂ ਨੇ ਦੱਸਿਆ ਕਿ ਪੂਰੀ ਮਿਹਨਤ ਨਾਲ ਉਹਨਾਂ ਨੇ ਪੰਜਾਬੀ ਕੁਆਲੀਫਾਈ ਕੀਤੀ, ਜਲੰਧਰ ਦੇ ਪਿੱਛੇ ਰਹਿਣ ਵਾਲੇ ਨੇ, ਹਾਲਾਂਕਿ ਉਹਨਾਂ ਦੀ ਹੁਣ ਫਿਲਹਾਲ ਰਾਜਸਥਾਨ ਆਦੀ ਪੜ੍ਹਾਈ ਉਹਨਾਂ ਨੇ ਰਾਜਸਥਾਨ ਵੀ ਕੀਤੀ ਹੈ, ਲੇਕਿਨ ਸਾਰਾ ਉਹਨਾਂ ਦਾ ਫੈਮਿਲੀ ਬੈਕਗ੍ਰਾਉਂਡ, ਫੈਮਿਲੀ ਦੇ ਲੋਕ ਨੇ ਜਲੰਧਰ ਰਹਿੰਦੇ ਆ। ਤਾਂ ਕਹਿ ਸਕਦੇ ਹਾਂ ਕਿ ਕਈ ਚੀਜ਼ਾਂ ਨੇ ਜਿਹਨੂੰ ਲੈ ਕੇ ਪੰਜਾਬ ਮੁੱਖ ਮੰਤਰੀ ਵੱਲੋਂ ਜਾਣਕਾਰੀ ਦਿੱਤੀ ਗਈ, ਹਾਲਾਂਕਿ ਆਪੋਜੀਸ਼ਨ ਪਾਰਟੀ ਵੱਲੋਂ ਕਈ ਚੀਜ਼ਾਂ ਦਾ ਇਹਦੇ ਵਿੱਚ ਕੀਤਾ ਗਿਆ ਸੀਗਾ, ਜਿਸ ਦਾ ਜਵਾਬ ਮੁੱਖ ਮੰਤਰੀ पंजाब ਵੱਲੋਂ ਦਿੱਤਾ ਗਿਆ। हमारे साथ नाजदीप कौर जुड़े हैं। कल मुख्यमंत्री भगवंत मान, पंजाब के डीजीपी गौरव यादव ने सब इंस्पेक्टर की पोस्ट के लिए नियुक्ति पत्र दिए, जिसको लेकर नाजदीप कौर भी उसमें शामिल थे। सबसे पहले तो नाजदीप, आपको बहुत बहुत मुबारक न्यूज़ 18 की तरफ से। थैंक यू सर। नादिम जी, किस तरह से देखते हैं, कल नियुक्ति पत्र आपको दिए हैं, क्या क्या आपके रोड मैप रहेंगे, किस तरह से आपकी रिस्पॉन्सिबिलिटी जो दी गई है सरकार की तरफ से? सर, सबसे पहले तो आई एम वेरी थैंकफुल टू द आप गवर्नमेंट, टू द गवर्नमेंट ऑफ पंजाब दैट हैज प्रोवाइडेड मी विद दिस ग्रेट अपॉर्चुनिटी टू सर्व द पीपल ऑफ पंजाब। सर, रोड मैप तो सबसे फर्स्ट चीज तो ये है कि मेरे दिमाग में कि अभी तक लोगों को पुलिस से डर लगता है। सो इट वुड बी वन ऑफ माय रिस्पॉन्सिबिलिटीज कि लोगों के मन से वो डर निकले। एटलीस्ट इन द एरिया वेयर आई विल बी पोस्टेड, आई विल मेक इट अ पॉइंट कि लोगों को पुलिस को अप्रोच करने में या पुलिस स्टेशन जाने में डर ना लगे या संकोच ना महसूस करें वो। सो पहली चीज तो यही रहेगी। दूसरी चीज, सर, एज वी ऑल नो, जो गरीब है हमेशा वही मरता है। So I'll make it a point that I'm able to serve the people in the right way and with my सब पूरे तरीके से, बस मेरी यही अप्रोच रहेगी। यानी कि 2-3 चीजें जो आपके जहन में है वो ये है कि फ्रैंकली होना चाहिए, पीपल्स और हाँ पुलिस जी के सर। बीच में जो गैप है उसको हटना चाहिए यस सबसे सर। पहले। हाँ और जी, दूसरा आपने कहा I'll be trying कि to fill that gap। बिल्कुल, दूसरा आपने कहा कि जो गरीब लोग होते हैं वही ज्यादा जो है उन्हीं की ज्यादा नहीं हेल्प हो पाती, इसी तरह का। हाँ जी सर। हालांकि अब तो सरकार की तरफ से, पंजाब पुलिस की तरफ से हर चीज पे काफी कुछ किया जा रहा है, लेकिन नादिब डेफिनेटली। कई चीजें हैं, कई चैलेंजेस हैं पंजाब की। अगर हम बात करें, बॉर्डर स्टेट है, ड्रग्स का बहुत बड़ा मुद्दा है पंजाब में, गैंगस्टर्स
का बहुत बड़ा मुद्दा है, बहुत सारी चीजें हैं जिसको लेकर पंजाब सरकार, पंजाब पुलिस काम कर रही है। आपके लिए बहुत चैलेंजेस भी होंगे, उसको किस तरह से देखते हैं? सबसे पहले तो ड्रग्स का अगर हम बात करें। सर, ड्रग प्रॉब्लम जो है उसके लिए, नॉट स्पेसिफिकली फॉर दैट, पर बीएसएफ जो है बॉर्डरिंग स्टेट्स में, दैट इज ऑलरेडी देयर. सो rather than competing with the BSF, I think it would be really great for the people of Punjab if we collaborate with them and work in collaboration with BSF. That would really help us to deal with the problem of drug dealing. बिल्कुल, कोऑर्डिनेशन तो रहता है हमेशा बीएसएफ का और पंजाब पुलिस का, हाँ जी हमेशा सर, कोऑर्डिनेशन रहता है, और उसी की वजह से बहुत ज्यादा सक्सेस, लगातार रिकवरी डेफिनेटली. हो रही है। हाँ कहाँ से जी है बेसिकली नाजदीप, आप कहाँ सर, से? मैं श्री गंगानगर, राजस्थान. से पिछले दिनों पंजाब में भी जिस तरह से आप लोगों को नियुक्ति पत्र दिए गए, उसमें काफी अपोजिशन पार्टीज ने भी हल्ला किया कि बाहर के कैंडिडेट्स को जगह दी जा रही है, पंजाब के स्टूडेंट्स को नहीं दी जा रही, उसको किस तरह से देखते हैं आप? सर आई थिंक, सर पहली बात तो पंजाब में ये है कि यूजुअली हर स्टेट में ये होता है कि आपको ग्रेजुएट होना पड़ेगा इफ यू वांट टू सिट इन सच एग्जामिनेशंस, इस पोस्ट के एग्जामिनेशन के लिए. पंजाब में एक एक्स्ट्रा क्वालिफिकेशन मांगी जाती है, विच इज कि आपको 10th लेवल पे आपने पंजाबी पढ़ी होनी चाहिए. बिल्कुल, सो प्रोटोकॉल आई के थिंक हिसाब से। पंजाब के, हाँ जी, तो पंजाब के लोगों को आई थिंक प्राउड फील करना चाहिए रादर देन अपोजिंग दिस मूव, कि दूसरे स्टेट के बच्चे आपकी लैंग्वेज सीखना चाह रहे हैं, आपके स्टेट को सर्व करना चाह रहे हैं, इसलिए वो मतलब दे आर रेडी टू गो दिस फार, कि वो 10th लेवल पे पंजाबी सीख रहे हैं. चलो मान लीजिए कि मैं तो एक पंजाबी परिवार से बिलोंग करती हूँ, राइट? सो इट्स नॉट वेरी डिफिकल्ट फॉर मी टू लर्न पंजाबी, वेयरएज बहुत सारे बच्चे हैं फ्रॉम अदर स्टेट्स, जैसे हरियाणा से जो भी बच्चे हैं, आई डोंट थिंक पंजाबी उनकी माँ बोली है. येस्टरडे आई मेट सम सब इंस्पेक्टर्स हु आर नॉट पंजाबी, ओके? सो उनके लिए पंजाबी सीखना, फिर इस लेवल तक की सीखना कि आप 10th लेवल का एग्जाम क्लियर कर सकें, इज नॉट वेरी इजी. एंड फिर जो एग्जामिनेशन होता है फॉर सब इंस्पेक्टर, उसमें भी देयर आर क्वेश्चंस व्हिच आर रिलेटेड टू पंजाब कल्चर एंड देन पंजाबी लैंग्वेज एज वेल. सो आई थिंक जो भी सिलेक्शंस हुए हैं, दे आर बेस्ड ऑन मेरिट, एंड it's very less number जो भी है of students from other states. So I think rather than opposing it, or rather than creating all this scene, people should be appreciative of what these people are ready to do to serve your state. And we all are living in the same country. So at the end of the day, if I am posted in Punjab as a sub inspector, I'm serving my country, right? I then get any opportunity to give such exam, or to be at this post in my state. So अगर मुझे पंजाब में अपॉर्चुनिटी मिल रही है, and I know at my heart that I'll be doing it with all my heart, so I don't think इसमें कोई इशू होना चाहिए. बिल्कुल, आप पंजाब से, आप पंजाबी हैं, आप पंजाब से, हाँ जी बैकग्राउंड कहाँ से है आपका? सर, पंजाब से इट्स वेरी क्लोज टू बठिंडा ओनली. ओके, इट्स बठिंडा ओनली। बिल्कुल, आपने सही कहा। और हाँ कल जी पंजाब के सीएम ने भी ये बात कही कि जो भी प्रोटोकॉल होता है 10th के लिए, जैसे आपने बताया कि पंजाबी हाँ जी मैंडेटरी, और जिस हिसाब से एग्जाम्स होते हैं उसमें भी पंजाब कल्चर के बारे में काफी कुछ पूछा जाता है। हाँ जी हाँ सारी जी. चीजें आपने क्लियर की। तो और भी आपके जो साथी हैं वो भी आपके साथ कल उनको नियुक्ति पत्र मिला है? कितने आपके हाँ जो जी हैं उनको आपके साथ नियुक्ति पत्र मिला है? और कितने आपके साथी हैं जो और भी सर आपके जो? 24. हाँ जी, हाँ जी, 24। हाँ जी, टोटल 24 बच्चों को कल सीएम सर के थ्रू मिला है, और बाकी बच्चों को रिस्पेक्टिव जो हमारे सीनियर्स थे उन्होंने दिया. अब आपका रोड मैप क्या है? आपको, जैसे आपने बताया, ड्रग्स का है, गैंगस्टर्स का है, बॉर्डर स्टेट्स का है, बीएसएफ कोऑर्डिनेशन करता है, पंजाब के अलग अलग विंग्स हैं, एंटी गैंगस्टर टास्क फोर्स हैं, एसटीएफ है, वुमेन सेल्स के लिए बनाया गया है। किस तरह से आप देखते हैं? हालांकि चलो, ज्वाइनिंग तो आपकी, जैसे जो भी सीनियर्स बताएंगे वो होंगे, लेकिन आपका रोड मैप क्या है? आपकी किस तरह से तैयारी है? आप किस तरह से सोचते हैं? दो तीन चीजें आपने बताई कि पुलिस का और लोगों का, यानी कि कॉमन पीपल का और पुलिस का बहुत अच्छा तालमेल होना चाहिए, कई चीजें इसमें शुरू हो डेफिनेटली. जाती हैं। सेकेंडली, आपने कहा कि गरीब लोगों की कोई नहीं सुनता, उसको लेके भी ऑब्वियसली अच्छी सोच है आपकी। और क्या क्या रोड मैप आपने तैयार किए जिससे काम करने में इजी हो? सर हमेशा जब भी कोई पॉलिसी इंप्लीमेंट होती है, सो द इशू इज कि हमेशा टॉप डाउन अप्रोच होती है उस चीज बिल्कुल में, वेयर एज द अप्रोच शुड बी बॉटम अप, राइट? तो मेरा ये है कि जैसे ग्राउंड लेवल पे देयर इज नो जेंडर सेंसिटिविटी. बिल्कुल बिल्कुल। इवन जैसे अब कोई थाना भी है, तो
people are not trained properly regarding issues such as gender sensitivity, age sensitivity. So I think इन सब चीजों पे अगर मतलब मेरा focus रहेगा अगर, तो I'll be able to work properly. I'll be able to coordinate with people I'll be working around with. So my approach would be like मतलब that. हर चीज में आप कंफर्ट हैं, चाहे वो बॉर्डर स्टेट हो, चाहे वो किसी भी उसमें हो, आप कंफर्टेबल? सर देखिए, मेरी रिस्पॉन्सिबिलिटी इज टू सर्व पीपल, राइट? चाहे वो किसी भी तरीके से हो. इवन बिफोर दिस एग्जामिनेशन आई ऑल्सो टुक दी CAPF एग्जामिनेशन फॉर द पोस्ट ऑफ असिस्टेंट कमांडेंट, जिसमें भी मेरा भी इंटरव्यू मतलब हुआ है बाय UPSC. तो ऐसा मुझे कुछ नहीं है कि बॉर्डर स्टेट पे नहीं सर्व करना. इफ आई गेट पोस्टेड, अगर मुझे वहां पोस्टिंग मिलती तो वहां पे भी बॉर्डर स्टेट या नक्सलाइट एरियाज में ही मिलती. तो ऐसा कुछ इशू नहीं है. वेयर एवर आई बी पोस्टेड, मेरा ड्यूटी यही रहेगा कि मैं जिस जो रिस्पॉन्सिबिलिटी मुझे मिली है उसे अच्छे से निभा सकूं. एक और सवाल बार बार आता है पंजाब में खासकर, क्योंकि आपने बताया आप भी पंजाबीज हैं, जैसे स्टूडेंट्स हैं, अनएम्प्लॉयमेंट की बात होती है, मोस्टली जो स्टूडेंट्स हैं या नौजवान हैं वो विदेश जाने की, अब्रॉड जाने की बहुत ज्यादा पंजाब में इशू है. उसको No doubt. किस तरह से देखते हैं आप? सो उसमें भी यही चीज है, जैसे ब्रेन ड्रेन हो ही रहा है, because people over there are portraying going abroad as a as if they're living a very luxurious life over there, whereas जो भी उनकी problems हैं या फिर the reality of the life that they're living, that is not shared properly with the people over here, right? So बच्चों को दो चीजें मिक्स हो जाती हैं. एक तो यहाँ पे there are not enough opportunities, और दूसरा when they see people who are already moved there, उनको लगता है कि वहां तो बहुत ही अच्छा लाइफस्टाइल है, राइट? सो वही भेड़ चाल चले जा रही है एंड पीपल आर जस्ट मूविंग अब्रॉड, एंड यहाँ पे ब्रेन ड्रेन हो ही रहा है इंडिया में. सो आई थिंक पंजाब आप गवर्नमेंट हैज डन इनफ, लाइक लास्ट 1-2 साल में देयर हैव बीन एम्पल अपॉर्चुनिटीज फॉर पीपल. अगर अब आप प्रिपेयर ही नहीं करना चाहते हो, that's your problem, right? But if हाँ जी, if you're ready to put enough hard work, then definitely इतने examinations continuously, there are examination notifications coming out. So अगर आप पढ़ोगे then you'll obviously get jobs here, और अपने state अपने country को serve करने से better I don't think कोई चीज है या कोई चीज आपको satisfaction दे सकती है. बिल्कुल, अपॉर्चुनिटी अगर कोई देता है तो डिपेंड ऑन योर्स आल्सो, कि उसको किस तरह से हमने करना है, उसको किस तरह से करना है. ठीक है, बहुत बहुत धन्यवाद. हमारे साथ नाजदीप कौर जुड़े और उनकी बहुत अच्छी सोच है कि किस तरह से पुलिस का और लोगों का, जो कॉमन पीपल हैं, उनका जो तालमेल है वो बहुत अच्छा होना चाहिए. पुलिसिंग, जो कम्युनिटी पुलिसिंग जिसको हम कहते हैं, उसके साथ साथ जिस तरह से, चाहे वो छोटा हो, बड़ा हो, अमीर हो, गरीब हो, हर किसी की जो इन्वेस्टिगेशन का जो पुलिस का एक होता है, क्योंकि कानून एक ऐसी चीज है, हर किसी को उस पर भरोसा है. किसी के साथ गलत हो रहा है तो उसको कानून पे भरोसा होता है, वो पुलिस स्टेशन जाता है. बहुत सारी चीजें हैं, और जैसे नाजदीप कौर ने भी बताया कि बहुत अच्छी सोच है कि आगे किस तरह से काम करना है, किस तरह से रोड मैप है. और मुख्यमंत्री पंजाब के DGP गौरव यादव ने जिस तरह से बताया कि मेरिट के हिसाब से जो प्रोटोकॉल था उसके हिसाब से सारा चीजें हुई हैं, मेरिट पर ही सारी चीजें नियुक्ति हुई हैं, उसको लेकर लगातार हमारी तरफ से काम किया जा रहा है, पंजाब सरकार की तरफ से काम किया जा रहा है, पंजाब पुलिस की तरफ से काम किया जा रहा है. तो कह सकते हैं कि आने वाले दिनों में जो नई पोस्टिंग्स हुई हैं उनको एक अहम जिम्मेवारियां दी जाएंगी. देखना होगा कि अहम जिम्मेदारियों पर कितना खरा उतरते हैं. बहुत बहुत धन्यवाद नाजदीप कौर हमारे साथ जुड़ने के लिए. थैंक यू सर.